ਅੱਜ ਮੇਰੇ ਇੱਕ ਖਾਸ ਦੋਸਤ ਨੇ ਮੈਨੂੰ ਇੱਕ ਫੋਟੋ ਭੇਜੀ। ਉਹ ਕੁੜੀ ਦੀ ਫੋਟੋ ਸੀ ਤੇ ਬੜੀ ਹਸੀਨ ਕੁੜੀ ਸੀ। ਅੱਜ ਤੋਂ ਪਹਿਲਾਂ ਮੈਂ ਇੰਨੀ ਸੋਹਣੀ ਕੁੜੀ ਨਹੀਂ ਦੇਖੀ ਸੀ। ਉਸ ਕੁੜੀ ਦੀ ਉਮਰ ਲਗਭਗ 21-22 ਸਾਲਾਂ ਦੀ ਹੋਵੇਗੀ। ਮੈਂ ਉਸ ਕੁੜੀ ਦੀ ਫੋਟੋ ਦੇਖਦੇ ਸਾਰ ਹੀ ਆਪਣੇ ਦੋਸਤ ਨੂੰ ਫੋਨ ਲਾਇਆ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਇਸ ਕੁੜੀ ਦੇ ਨਾਲ ਇੱਕ ਰਾਤ ਗੁਜ਼ਾਰਨਾ ਚਾਹੁੰਦਾ। ਇਹ ਕੁੜੀ ਮੇਰੇ ਨਾਲ ਇੱਕ ਰਾਤ ਰਹੇਗੀ। ਤਾਂ ਮੇਰੇ ਦੋਸਤ ਕਹਿਣ ਲੱਗਿਆ, ਤੂੰ ਦੇਖ ਹੀ ਰਿਹਾ ਇਹ ਕੁੜੀ ਕਿੰਨੀ ਸੋਹਣੀ ਤੇ ਹਸੀਨ ਆ। ਉਸ ਤੋਂ ਇਸ ਦੀ ਉਮਰ ਵੀ ਬਹੁਤ ਘੱਟ ਆ। ਇਹ ਇੱਕ ਰਾਤ ਦਾ ਘੱਟ ਤੋਂ ਘੱਟ 15,000 ਲਵੇਗੀ। ਮੈਂ ਉਸ ਦੀ ਗੱਲ ਸੁਣ ਕੇ ਖੁਸ਼ ਹੋ ਗਿਆ। ਮੈਂ ਉਸ ਨੂੰ ਕਿਹਾ ਕਿ ਮੈਂ ਤਾਂ ਇਸ ਨੂੰ 50,000 ਦੇਣ ਲਈ ਵੀ ਤਿਆਰ ਹਾਂ। ਮੇਰਾ ਦੋਸਤ ਕਹਿਣ ਲੱਗਿਆ, ਠੀਕ ਆ, ਤੂੰ ਬਸ ਤਿਆਰ ਰਹਿ, ਮੈਂ ਕੁਝ ਟਾਈਮ ਤੈਨੂੰ ਉਸ ਦੇ ਨਾਲ ਸਭ ਕੁਝ ਸੈਟਿੰਗ ਕਰਕੇ ਦੱਸ ਦੇਵਾਂਗਾ। ਮੈਂ ਆਪਣੇ ਦੋਸਤ ਨਾਲ ਗੱਲ ਕਰਨ ਤੋਂ ਬਾਅਦ ਬਹੁਤ ਖੁਸ਼ ਸੀ। ਮੈਂ ਤਿਆਰ ਹੋਣ ਲੱਗ ਗਿਆ। ਮੈਂ ਉਸ ਕੁੜੀ ਦੇ ਨਾਲ ਜ਼ਰੂਰ ਮਿਲਣਾ ਚਾਹੁੰਦਾ ਸੀ, ਉਸ ਦੇ ਬਾਰੇ ਸਭ ਕੁਝ ਜਾਣਨਾ ਚਾਹੁੰਦਾ ਸੀ। ਮੇਰੇ ਅੰਦਰ ਬਹੁਤ ਤੜਫ ਸੀ ਤੇ ਕਦੇ ਮੇਰੇ ਦੋਸਤ ਦਾ ਫੋਨ ਆਵੇ। ਮੈਂ ਰਿਪੋਰਟਿੰਗ ਦਾ ਕੰਮ ਕਰਦਾ ਸੀ, ਮੈਂ ਰਿਪੋਰਟਰ ਸੀ ਤੇ ਮੈਂ ਨਵੀਂ ਤੋਂ ਨਵੀਂ ਖਬਰ ਲੱਭ ਕੇ ਉਸ ਨੂੰ ਦੁਨੀਆ ਦੇ ਅੱਗੇ ਲਿਆਉਣ ਦਾ ਕੰਮ ਕਰਦਾ ਸੀ। ਮੈਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਉਹ ਕੁੜੀ ਇਸ ਧੰਦੇ ਵਿੱਚ ਕਿਸ ਤਰ੍ਹਾਂ ਆਈ। ਇੰਨੀ ਘੱਟ ਉਮਰ ਦੀ ਕੁੜੀ ਇਸ ਧੰਦੇ ਵਿੱਚ ਆਉਣ ਲਈ ਉਸ ਦੀ ਕੀ ਮਜਬੂਰੀ ਹੋਵੇਗੀ। ਮੇਰਾ ਦੋਸਤ ਅਕਸਰ ਹੀ ਮੈਨੂੰ ਇਸ ਤਰ੍ਹਾਂ ਦੀਆਂ ਕੁੜੀਆਂ ਦੀਆਂ ਫੋਟੋਆਂ ਭੇਜਦਾ ਰਹਿੰਦਾ ਸੀ। ਮੇਰੇ ਦਿਲ ਵਿੱਚ ਬਹੁਤ ਕਾਹਲ ਸੀ ਕਿ ਕਦੋਂ ਮੈਂ ਉਸ ਕੁੜੀ ਨੂੰ ਮਿਲਾਂ। ਉਹ ਕੁੜੀ ਦਾ ਇੱਥੇ ਆਉਣਾ ਪਿੱਛੇ ਦਾ ਕੀ ਰਾਜ ਸੀ, ਕਿਉਂਕਿ ਮੈਨੂੰ ਇਹ ਵੀ ਪਤਾ ਸੀ ਕਿ ਉਹ ਕੁੜੀ ਦੀ ਕਹਾਣੀ ਬਹੁਤ ਹੀ ਧਮਾਕੇਦਾਰ ਹੋਵੇਗੀ। ਨਹੀਂ ਤਾਂ ਇੰਨੀਆਂ ਸੋਹਣੀਆਂ ਕੁੜੀਆਂ ਘੱਟ ਹੀ ਧੰਦੇ ਵਿੱਚ ਆਉਂਦੀਆਂ ਹਨ। ਜੇ ਮੈਨੂੰ ਉਸ ਕੁੜੀ ਦੀ ਕਹਾਣੀ ਦਾ ਪਤਾ ਲੱਗ ਗਿਆ ਤਾਂ ਮੇਰੇ ਚੈਨਲ ਦੀ ਰੇਟਿੰਗ ਬਹੁਤ ਤੇਜ਼ੀ ਨਾਲ ਉੱਪਰ ਜਾਣੀ ਸੀ ਤੇ ਨਾਲ ਦੀ ਨਾਲ ਮੈਨੂੰ ਪ੍ਰਮੋਸ਼ਨ ਵੀ ਮਿਲ ਜਾਣੀ ਸੀ। ਮੈਂ ਅੱਧਾ ਕੁ ਘੰਟਾ ਇੰਤਜ਼ਾਰ ਕੀਤਾ ਤੇ ਮੇਰੇ ਦੋਸਤ ਦਾ ਮੈਨੂੰ ਫੋਨ ਆਇਆ ਤੇ ਉਹ ਕਹਿਣ ਲੱਗਿਆ ਕਿ ਉਹ ਕੁੜੀ ਤੈਨੂੰ ਮਿਲਣ ਲਈ ਤਿਆਰ ਹੈ। ਉਹਨੇ 12 ਤੋਂ 2 ਵਜੇ ਤੱਕ ਦਾ ਟਾਈਮ ਦਿੱਤਾ ਹੈ ਤੇ ਨਾਲ ਹੀ ਮੇਰਾ ਦੋਸਤ ਮੇਰੇ ਨੇ ਮੈਨੂੰ ਸਭ ਕੁਝ ਸਮਝਾ ਦਿੱਤਾ ਕਿ ਉਸ ਕੁੜੀ ਨੂੰ ਕਿੱਥੇ ਮਿਲਣਾ ਏ, ਕਿਵੇਂ ਮਿਲਣਾ ਏ। ਮੈਂ ਟਾਈਮ ਤੋਂ ਪਹਿਲਾਂ ਹੀ ਉਸ ਜਗ੍ਹਾ 'ਤੇ ਪਹੁੰਚ ਗਿਆ। ਉਹ ਜਿਹੜੀ ਜਗ੍ਹਾ ਮੈਨੂੰ ਦੱਸੀ ਸੀ ਉਹ ਉੱਥੇ ਬਹੁਤ ਹੀ ਛੋਟਾ ਜਿਹਾ ਪਿੰਡ ਸੀ ਤੇ ਉੱਥੇ ਛੋਟੇ-ਛੋਟੇ ਘਰ ਬਣੇ ਹੋਏ ਸੀ। ਆਪਣੇ ਦੋਸਤ ਦੇ ਦੱਸੇ ਹੋਏ ਪਤੇ 'ਤੇ ਮੈਂ ਪਹੁੰਚ ਕੇ ਉਸ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਗੇਟ ਉਸ ਕੁੜੀ ਨੇ ਹੀ ਖੋਲ੍ਹਿਆ। ਮੈਨੂੰ ਦੇਖ ਕੇ ਉਹ ਮਿੱਠੀ ਜਿਹੀ ਹਾਸੀ ਹੱਸੀ ਤੇ ਮੈਨੂੰ ਅੰਦਰ ਆਉਣ ਲਈ ਕਿਹਾ। ਜਦੋਂ ਮੈਂ ਉਸ ਕੁੜੀ ਕੋਲੋਂ ਦੀ ਲੰਘਿਆ ਤਾਂ ਬਹੁਤ ਹੀ ਸੋਹਣੀ ਖੁਸ਼ਬੂ ਉਸ ਕੁੜੀ ਵਿੱਚੋਂ ਆ ਰਹੀ ਸੀ। ਮੈਂ ਉਸ ਦੇ ਕਮਰੇ ਵਿੱਚ ਜਾ ਕੇ ਬੈਠ ਗਿਆ, ਪਰ ਮੈਨੂੰ ਉਸ ਦੇ ਕਮਰੇ ਵਿੱਚ ਥੋੜ੍ਹਾ ਜਿਹਾ ਅਜੀਬ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ। ਥੋੜ੍ਹੇ ਟਾਈਮ ਤੋਂ ਬਾਅਦ ਉਹ ਕੁੜੀ ਮੇਰੇ ਬਰਾਬਰ ਆ ਕੇ ਬੈਠ ਗਈ ਤੇ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ, ਕਿਉਂਕਿ ਉਹ ਫੋਟੋ ਨਾਲੋਂ ਵੀ ਮੇਰੇ ਸਾਹਮਣੇ ਬੈਠੀ ਜ਼ਿਆਦਾ ਸੋਹਣੀ ਲੱਗ ਰਹੀ ਸੀ। ਉਹ ਮੇਰੇ ਨੇੜੇ ਆਉਣ ਲੱਗੀ, ਕਿਉਂਕਿ ਉਸ ਦਾ ਜੋ ਕੰਮ ਸੀ ਉਸਨੇ ਤਾਂ ਉਹੀ ਕਰਨਾ ਸੀ ਤੇ ਆਪਣੇ ਹੁਸਨ ਨੂੰ ਮੇਰੇ ਅੱਗੇ ਪੇਸ਼ ਕਰਨ ਲੱਗੀ। ਪਰ ਮੈਂ ਸੋਫੇ ਦੇ ਤੋਂ ਉੱਠ ਕੇ ਦੂਜੇ ਸੋਫੇ 'ਤੇ ਚਲਾ ਗਿਆ। ਜਦੋਂ ਮੈਂ ਇਸ ਤਰ੍ਹਾਂ ਕੀਤਾ ਤਾਂ ਉਹ ਹੈਰਾਨ ਰਹਿ ਗਈ, ਕਿਉਂਕਿ ਕੋਈ ਵੀ ਮਰਦ ਦੇ ਸਾਹਮਣੇ ਜਦੋਂ ਸੋਹਣੀ ਤੇ ਹਸੀਨ ਕੁੜੀ ਬੈਠੀ ਹੋਵੇ ਤਾਂ ਉਹ ਇਸ ਤਰ੍ਹਾਂ ਉੱਠ ਕੇ ਨਹੀਂ ਜਾਂਦਾ। ਉਹ ਥੋੜ੍ਹਾ ਜਿਹਾ ਘਬਰਾ ਗਈ ਤੇ ਉੱਠ ਕੇ ਫਿਰ ਮੇਰੇ ਕੋਲ ਆਉਣ ਲੱਗੀ, ਪਰ ਮੈਂ ਉਸ ਨੂੰ ਰੋਕ ਦਿੱਤਾ ਤੇ ਕਿਹਾ ਕਿ ਮੈਂ ਤੇਰੇ ਤੋਂ ਕੁਝ ਗੱਲਾਂ ਪੁੱਛਣੀਆਂ ਨੇ। ਜਦੋਂ ਮੈਂ ਉਸ ਨੂੰ ਇਸ ਤਰ੍ਹਾਂ ਕਿਹਾ ਤਾਂ ਉਹ ਮੈਨੂੰ ਹੈਰਾਨੀ ਨਾਲ ਦੇਖਣ ਲੱਗੀ ਤੇ ਮੈਨੂੰ ਕਹਿਣ ਲੱਗੀ, ਤੁਸੀਂ ਮੇਰੇ ਤੋਂ ਕੀ ਪੁੱਛਣਾ ਚਾਹੁੰਦੇ ਹੋ? ਇਸ ਤੋਂ ਪਹਿਲਾਂ ਜੋ ਵੀ ਮਰਦ ਆਉਂਦੇ ਹਨ ਉਹ ਮੇਰੇ ਤੋਂ ਬਿਨਾਂ ਪੁੱਛਣ ਤੋਂ ਹੀ ਆਪਣਾ ਮਤਲਬ ਕੱਢ ਕੇ ਚਲੇ ਜਾਂਦੇ ਹਨ। ਤੁਸੀਂ ਪਹਿਲੇ ਮਰਦ ਹੋ ਜੋ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ। ਮੈਂ ਉਸ ਨੂੰ ਹੱਸ ਕੇ ਕਿਹਾ, ਬਸ ਕੁਝ ਹੀ ਸਵਾਲ ਨੇ, ਤੂੰ ਮੈਨੂੰ ਉਹਨਾਂ ਦਾ ਸਹੀ ਜਵਾਬ ਦੇ ਦੇ। ਉਸ ਨੇ ਹਾਂ ਵਿੱਚ ਸਿਰ ਹਿਲਾਇਆ ਤਾਂ ਮੈਂ ਉਸ ਨੂੰ ਕਿਹਾ ਕਿ ਤੇਰਾ ਨਾਮ ਕੀ ਆ? ਜਦੋਂ ਮੈਂ ਉਸ ਦਾ ਨਾਮ ਪੁੱਛਿਆ ਤਾਂ ਉਹ ਜ਼ੋਰ-ਜ਼ੋਰ ਦੀ ਹੱਸਣ ਲੱਗੀ। ਜਦੋਂ ਮੈਂ ਉਸ ਦੇ ਹੱਸਣ ਦੀ ਵਜ੍ਹਾ ਪੁੱਛੀ ਤਾਂ ਉਹ ਕਹਿਣ ਲੱਗੀ ਕਿ ਨਾਂ ਵਿੱਚ ਕੀ ਆ? ਨਾਂ ਦਾ ਤਾਂ ਕੋਈ ਵੀ ਹੋ ਸਕਦਾ। ਤੁਸੀਂ ਇੱਥੇ ਜਿਹੜੇ ਕੰਮ ਲਈ ਆਏ ਹੋ ਮੈਂ ਉਸ ਲਈ ਪਰਫੈਕਟ ਤਿਆਰ ਹਾਂ। ਤੇ ਮੇਰੇ ਸਾਹਮਣੇ ਉਹ ਆਪਣੇ ਹੌਲੀ-ਹੌਲੀ ਕੱਪੜੇ ਉਤਾਰਨ ਲੱਗੀ ਕਿ ਮੈਨੂੰ ਕਹਿਣ ਲੱਗੀ ਕਿ 2 ਘੰਟੇ ਤੁਹਾਡੇ ਹਨ, ਤੁਸੀਂ ਜੋ ਚਾਹੇ ਉਹ ਮੇਰੇ ਨਾਲ ਕਰ ਸਕਦੇ ਹੋ। ਪਰ ਮੈਂ ਉਸ ਨੂੰ ਉੱਥੇ ਹੀ ਰੋਕ ਦਿੱਤਾ। ਉਹ ਮੈਨੂੰ ਆਪਣਾ ਰੋਜ਼ ਦਾ ਗਾਹਕ ਮੰਨ ਰਹੀ ਸੀ। ਰੋਜ਼ ਉਸ ਕੋਲ ਲੋਕ ਆਉਂਦੇ ਸਨ ਜੋ ਆਪਣਾ ਕੰਮ ਕਰਕੇ ਚਲੇ ਜਾਂਦੇ ਸਨ। ਮੈਂ ਉਸ ਨੂੰ ਕਿਹਾ ਕਿ ਥੋੜ੍ਹਾ ਟਾਈਮ ਰੁਕ ਜਾ, ਤੂੰ ਮੈਨੂੰ ਸੋਹਣੀ ਲੱਗੀ, ਇਸ ਕਰਕੇ ਮੈਂ ਤੈਨੂੰ ਪਹਿਲਾਂ ਚੰਗੀ ਤਰ੍ਹਾਂ ਮਿਲਣਾ ਚਾਹੁੰਦਾ, ਤੇਰੇ ਬਾਰੇ ਜਾਣਨਾ ਚਾਹੁੰਦਾ ਕਿ ਤੂੰ ਮੈਨੂੰ ਆਪਣੇ ਬਾਰੇ ਕੁਝ ਨਹੀਂ ਦੱਸੇਂਗੀ। ਮੈਂ ਉਸ ਨੂੰ ਇਹ ਨਹੀਂ ਦੱਸਿਆ ਸੀ ਕਿ ਮੈਂ ਇੱਕ ਰਿਪੋਰਟਰ ਹਾਂ। ਜੇ ਉਸ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਸ਼ਾਇਦ ਉਸ ਨੇ ਮੈਨੂੰ ਆਪਣੇ ਬਾਰੇ ਕੁਝ ਵੀ ਨਹੀਂ ਸੀ ਦੱਸਣਾ। ਉਹ ਮੈਨੂੰ ਬਹੁਤ ਹੀ ਅਜੀਬ ਨਜ਼ਰਾਂ ਨਾਲ ਦੇਖ ਰਹੀ ਸੀ। ਉਹ ਮੈਨੂੰ ਕਹਿਣ ਲੱਗੀ ਕਿ ਮੈਂ ਇੰਨੇ ਟਾਈਮ ਤੋਂ ਇਹ ਕੰਮ ਕਰ ਰਹੀ ਹਾਂ,
ਤੁਹਾਡੇ ਵਰਗਾ ਆਦਮੀ ਨਹੀਂ ਮਿਲਿਆ ਜੋ ਮੈਨੂੰ ਆਪਣੇ ਸਾਹਮਣੇ ਬਿਠਾ ਲਵੇ ਤੇ ਮੇਰੇ ਨਾਲ ਗੱਲਾਂ ਕਰੇ। ਮੈਂ ਤੁਹਾਨੂੰ ਆਪਣੇ ਬਾਰੇ ਕੀ ਦੱਸਾਂ, ਮੈਨੂੰ ਇੰਨਾ ਟਾਈਮ ਹੋ ਗਿਆ ਇਹ ਕੰਮ ਕਰਦੀ ਨੂੰ, ਪਰ ਮੈਨੂੰ ਤਾਂ ਹੁਣ ਆਪਣੇ ਅਤੀਤ ਬਾਰੇ ਕੁਝ ਵੀ ਨਹੀਂ ਪਤਾ ਕਿ ਮੈਂ ਕੌਣ ਆ, ਕਿੱਥੋਂ ਆਈ ਆ। ਜਦੋਂ ਉਹ ਇਹ ਕਹਿ ਰਹੀ ਸੀ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂ ਡਿੱਗਣੇ ਸ਼ੁਰੂ ਹੋ ਗਏ। ਉਸ ਦੇ ਬੋਲਾਂ ਵਿੱਚ ਬਹੁਤ ਡੂੰਘਾ ਦਰਦ ਸੀ। ਹੌਲੀ ਹੌਲੀ ਉਸਨੇ ਮੈਨੂੰ ਆਪਣੇ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸੁਣ ਕੇ ਤੁਹਾਡੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਸਕਣਗੇ। ਉਹ ਕਹਿਣ ਲੱਗੀ ਕਿ ਮੇਰਾ ਨਾਮ ਰਾਣੀ ਆ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਮੇਰੇ ਪਾਪਾ ਮੈਨੂੰ ਤੇ ਮੇਰੀ ਮਾਂ ਨੂੰ ਦੁਨੀਆ ਦੇ ਭਰੋਸੇ ਛੱਡ ਕੇ ਚਲੇ ਗਏ। ਮੈਂ ਉਸ ਸਮੇਂ ਸਿਰਫ 3 ਸਾਲਾਂ ਦੀ ਸੀ, ਪਰ ਮੇਰੇ ਪਾਪਾ ਨੂੰ ਇੱਕ ਬੇਟੇ ਦੀ ਚਾਹਤ ਸੀ। ਜਦੋਂ ਮੈਂ ਪੈਦਾ ਹੋਈ ਉਸ ਤੋਂ ਬਾਅਦ ਮੇਰੀ ਮਾਂ ਕਦੇ ਪ੍ਰੈਗਨੈਂਟ ਨਹੀਂ ਹੋਈ। ਡਾਕਟਰ ਨੇ ਵੀ ਜਵਾਬ ਦੇ ਦਿੱਤਾ ਸੀ ਕਿ ਇਹ ਹੁਣ ਉਸ ਤੋਂ ਬਾਅਦ ਕਦੇ ਮਾਂ ਨਹੀਂ ਬਣ ਸਕੇਗੀ। ਪਰ ਮੇਰੇ ਪਾਪਾ ਆਪਣੇ ਘਰ ਦੇ ਵਾਰਸ ਲਈ ਮੇਰੀ ਮਾਂ ਦੇ ਨਾਲ 5-6 ਸਾਲ ਇਕੱਠੇ ਰਹੇ। ਜਦੋਂ ਮੇਰੇ ਪਾਪਾ ਨੂੰ ਇਹ ਪਤਾ ਲੱਗਿਆ ਕਿ ਉਹ ਹੋਰ ਬੱਚਾ ਪੈਦਾ ਨਹੀਂ ਕਰ ਸਕਦੀ ਤਾਂ ਉਹ ਸਾਨੂੰ ਛੱਡ ਕੇ ਚਲੇ ਗਏ। ਮੈਨੂੰ ਨਹੀਂ ਪਤਾ ਕਿ ਉਸ ਤੋਂ ਬਾਅਦ ਮੇਰੇ ਬਦਨਸੀਬ ਦਿਨ ਸ਼ੁਰੂ ਹੋ ਜਾਣਗੇ। ਮੇਰੇ ਪਾਪਾ ਮੈਨੂੰ ਤੇ ਮੇਰੀ ਮਾਂ ਨੂੰ ਬਹੁਤ ਕੁੱਟਦੇ ਸਨ ਤੇ ਸਾਨੂੰ ਕੁੱਟ ਕੇ ਬੇਹੋਸ਼ ਕਰ ਦਿੰਦੇ। ਸਾਨੂੰ 2 ਟਾਈਮ ਦੀ ਰੋਟੀ ਵੀ ਨਹੀਂ ਸੀ ਮਿਲਦੀ। ਫਿਰ ਮੇਰੀ ਮਾਂ ਸਾਰਾ ਦਿਨ ਪਾਗਲਾਂ ਵਾਂਗ ਰੋਂਦੀ ਰਹਿੰਦੀ ਤੇ ਮੇਰੇ ਨਾਲ ਵੀ ਲੜਦੀ ਝਗੜਦੀ ਰਹਿੰਦੀ, ਕਿਉਂਕਿ ਉਸ ਨੂੰ ਕਿਤੇ ਨਾ ਕਿਤੇ ਇਹ ਮਹਿਸੂਸ ਹੁੰਦਾ ਸੀ ਕਿ ਇਹ ਸਭ ਕੁਝ ਮੇਰੇ ਕਰਕੇ ਹੀ ਹੁੰਦਾ ਹੈ। ਮੇਰੇ ਪਾਪਾ ਨੇ ਮੈਨੂੰ ਕਦੇ ਵੀ ਆਪਣੀ ਧੀ ਕਹਿ ਕੇ ਨਹੀਂ ਸੀ ਬੁਲਾਇਆ। ਉਹ ਹਮੇਸ਼ਾ ਹੀ ਮੈਨੂੰ ਬੋਝ ਕਹਿੰਦੇ ਸਨ। ਮੇਰੀ ਮਾਂ ਵੀ ਮੈਨੂੰ ਹੀ ਘੂਰਦੀ ਰਹਿੰਦੀ ਸੀ। ਮੈਨੂੰ ਕਹਿੰਦੀ ਸੀ ਜੇਕਰ ਤੇਰੀ ਜਗ੍ਹਾ ਇੱਕ ਮੈਂ ਪੁੱਤ ਨੂੰ ਜਨਮ ਦੇ ਦਿੰਦੀ ਤਾਂ ਸ਼ਾਇਦ ਮੈਨੂੰ ਇਹ ਦਿਨ ਨਾ ਦੇਖਣੇ ਪੈਂਦੇ। ਫਿਰ ਜਦੋਂ ਉਸ ਦਾ ਮੂਡ ਠੀਕ ਹੁੰਦਾ ਤਾਂ ਫਿਰ ਮੈਨੂੰ ਆਪਣੇ ਗਲੇ ਨਾਲ ਲਗਾ ਕੇ ਬਹੁਤ ਰੋਂਦੀ। ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਸੀ, ਪਰ ਮੇਰੇ ਪਾਪਾ ਦੀ ਵਜ੍ਹਾ ਨਾਲ ਮੈਨੂੰ ਉਹ ਬੁਰਾ ਭਲਾ ਕਹਿੰਦੀ। ਇੱਕ ਦਿਨ ਮੇਰੇ ਪਾਪਾ ਸਾਨੂੰ ਛੱਡ ਕੇ ਜਾਣ ਲੱਗੇ ਤੇ ਉਹ ਕਹਿੰਦੇ ਕਿ ਮੈਂ ਤੁਹਾਡੇ ਦੋਹਾਂ ਦਾ ਖਰਚਾ ਨਹੀਂ ਚੁੱਕ ਸਕਦਾ। ਮੇਰੀ ਜ਼ਿੰਦਗੀ ਵਿੱਚ ਇੱਕ ਹੋਰ ਔਰਤ ਹੈ ਜੋ ਮੈਨੂੰ ਬੇਟੇ ਦਾ ਸੁੱਖ ਦੇਵੇਗੀ। ਉਹ ਤੇਰੀ ਮਾਂ ਦੀ ਤਰ੍ਹਾਂ ਬਾਂਝ ਨਹੀਂ ਹੈ। ਉਹ ਦਿਨ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹਨ ਜਿਸ ਦਿਨ ਮੇਰੇ ਪਾਪਾ ਨੇ ਦੂਜੀ ਔਰਤ ਬਾਰੇ ਮੇਰੀ ਮਾਂ ਨੂੰ ਗੱਲ ਕਹੀ ਸੀ। ਉਸ ਦਿਨ ਮੇਰੀ ਮਾਂ ਬਹੁਤ ਰੋਈ। ਇਹ ਸਭ ਦੇ ਪਿੱਛੇ ਮੈਨੂੰ ਹੀ ਜ਼ਿੰਮੇਵਾਰ ਸਮਝਦੇ ਸਨ। ਹੁਣ ਮੈਂ ਤੇ ਮੇਰੀ ਮਾਂ ਇਸ ਦੁਨੀਆ ਵਿੱਚ ਇਕੱਲੀਆਂ ਰਹਿ ਰਹੀਆਂ ਸੀ। ਮੇਰੇ ਨਾਨਾ ਨਾਨੀ ਤਾਂ ਇਸ ਦੁਨੀਆ ਤੋਂ ਪਹਿਲਾਂ ਹੀ ਜਾ ਚੁੱਕੇ ਸਨ। ਮੇਰੀ ਮਾਂ ਨੂੰ ਆਪਣੇ ਭਰਾਵਾਂ ਤੋਂ ਕੋਈ ਉਮੀਦ ਨਹੀਂ ਸੀ। ਕਦੇ ਕਦੇ ਮੈਨੂੰ ਵੀ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਕਿ ਮਾਂ ਵੀ ਮੇਰੇ ਤੋਂ ਨਫ਼ਰਤ ਕਰਨ ਲੱਗ ਪਵੇਗੀ, ਕਿਉਂਕਿ ਜਦੋਂ ਤੋਂ ਮੇਰਾ ਜਨਮ ਹੋਇਆ ਸੀ ਉਦੋਂ ਤੋਂ ਹੀ ਮਾਂ ਨੇ ਦੁੱਖ ਭਰੇ ਦਿਨ ਦੇਖੇ ਸਨ। ਮੇਰੀ ਮਾਂ ਦੀ ਉਮਰ ਉਸ ਟਾਈਮ 32 ਕੁ ਸਾਲ ਦੀ ਸੀ। ਮੇਰੀ ਮਾਂ ਜਵਾਨ ਸੀ ਜਦੋਂ ਮੇਰੇ ਪਾਪਾ ਗਏ। ਉਸ ਤੋਂ ਬਾਅਦ ਸਾਨੂੰ 2 ਟਾਈਮ ਦੀ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ। ਜਦੋਂ ਮੈਂ ਭੁੱਖ ਦੇ ਮਾਰੇ ਰੋਂਦੀ ਬਿਲਕਦੀ ਤਾਂ ਮੇਰੀ ਮਾਂ ਤੋਂ ਦੇਖਿਆ ਨਹੀਂ ਸੀ ਜਾਂਦਾ। ਫਿਰ ਉਸਨੇ ਲੋਕਾਂ ਦੇ ਘਰਾਂ ਵਿੱਚ ਜਾ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਲੋਕਾਂ ਦੇ ਘਰ ਵਿੱਚ ਕੰਮ ਕਰਨ ਜਾਂਦੀ ਤਾਂ ਕਈ ਮਰਦ ਅਜਿਹੇ ਹੁੰਦੇ ਸਨ ਜਿਹੜੇ ਉਸ ਨੂੰ ਹਵਸ ਭਰੀਆਂ ਨਜ਼ਰਾਂ ਨਾਲ ਦੇਖਦੇ। ਸਾਡੀ ਜ਼ਿੰਦਗੀ ਦਿਨ ਬ ਦਿਨ ਬਹੁਤ ਮੁਸ਼ਕਲਾਂ ਭਰੀ ਹੋਈ ਲੰਘਦੀ ਸੀ। ਇੱਕ ਦਿਨ ਮੇਰੀ ਮਾਂ ਦੀ ਮੁਲਾਕਾਤ ਮੋਹਨ ਅੰਕਲ ਦੇ ਨਾਲ ਹੋਈ। ਉਹ ਮੇਰੇ ਮਾਮਾ ਜੀ ਦੇ ਪੁਰਾਣੇ ਦੋਸਤ ਸਨ ਤੇ ਮੇਰੀ ਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਸਨ। ਜਦੋਂ ਉਸਨੇ ਮੇਰੀ ਮਾਂ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੇ ਹੋਏ ਦੇਖਿਆ ਤਾਂ ਉਸ ਨੂੰ ਬਹੁਤ ਦੁੱਖ ਹੋਇਆ, ਕਿਉਂਕਿ ਮੋਹਨ ਅੰਕਲ ਜਾਣਦੇ ਸੀ ਮੇਰੇ ਮਾਮਾ ਇੱਕ ਵਧੀਆ ਘਰ ਤੋਂ ਸੀ ਤੇ ਇੱਕ ਚੰਗੇ ਪਰਿਵਾਰ ਤੋਂ ਸੀ। ਮੇਰੀ ਮਾਂ ਦੀ ਤਰਸ ਭਰੀ ਹਾਲਤ ਦੇਖੀ ਨਹੀਂ ਸੀ ਜਾਂਦੀ। ਉਹਨਾਂ ਨੂੰ ਮੇਰੀ ਮਾਂ ਕੀ ਦੱਸਦੀ ਕਿ ਸਾਨੂੰ ਤਾਂ 2 ਟਾਈਮ ਦੀ ਰੋਟੀ ਦਾ ਵੀ ਫਿਕਰ ਆ, ਇਸ ਲਈ ਅਸੀਂ ਲੋਕਾਂ ਦੇ ਘਰ ਵਿੱਚ ਜਾ ਕੇ ਕੰਮ ਕਰਦੀਆਂ। ਮੋਹਨ ਅੰਕਲ ਮੇਰੀ ਮਾਂ ਦੀ ਹਰ ਪਾਸਿਓਂ ਮਦਦ ਕਰਨਾ ਚਾਹੁੰਦੇ ਸਨ, ਇਸ ਲਈ ਉਹਨਾਂ ਨੇ ਮੇਰੀ ਮਾਂ ਦਾ ਦੂਜਾ ਵਿਆਹ ਕਰਵਾਉਣ ਬਾਰੇ ਕਿਹਾ। ਮੋਹਨ ਅੰਕਲ ਇੱਕ ਵਧੀਆ ਪਰਿਵਾਰ ਤੋਂ ਸੀ। ਉਹਨਾਂ ਦਾ ਆਪਣਾ ਇੱਕ ਘਰ ਸੀ, ਪਰ ਮੋਹਨ ਅੰਕਲ ਦਾ ਵੀ ਵਿਆਹ ਹਜੇ ਤੱਕ ਨਹੀਂ ਹੋਇਆ ਸੀ। ਮੇਰੀ ਮਾਂ ਦੀ ਮਜਬੂਰੀ ਦੇਖਦੇ ਹੋਏ ਉਹਨਾਂ ਨੇ ਮੇਰੀ ਮਾਂ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ। ਮੇਰੀ ਮਾਂ ਦੇ ਸਾਹਮਣੇ ਫੈਸਲਾ ਰੱਖਿਆ। ਅੰਕਲ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ, ਪਰ ਮੇਰੀ ਮਾਂ ਵਿਆਹ ਦੇ ਨਾਂ 'ਤੇ ਸੁਣ ਕੇ ਉਹਨਾਂ ਨੂੰ ਮਨਾ ਕਰ ਦਿੱਤਾ। ਅੰਕਲ ਮੈਨੂੰ ਵੀ ਮੇਰੀ ਮਾਂ ਦੇ ਨਾਲ ਅਪਣਾਉਣ ਨੂੰ ਤਿਆਰ ਸਨ। ਇਸ ਤੋਂ ਵੱਧ ਉਹ ਹੋਰ ਕੀ ਕਰ ਸਕਦੇ ਸਨ। ਇੱਕ ਛੱਤ ਦੇ ਰਹੇ ਸੀ ਤੇ ਮੈਨੂੰ ਪਿਓ ਦਾ ਨਾਮ ਦੇ ਰਹੇ ਸੀ। ਪਰਿਵਾਰ ਦੇ ਲਈ ਇੱਕ ਮਰਦ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ। ਕੁਝ ਦਿਨ ਇਸੇ ਤਰ੍ਹਾਂ ਲੰਘਦੇ ਗਏ। ਉਹਨਾਂ ਨੇ ਮੇਰੀ ਮਾਂ ਨੂੰ ਮਨਾਉਣ ਦੀ ਹਰ ਕੋਸ਼ਿਸ਼ ਕੀਤੀ। ਇੱਕ ਦਿਨ ਮੇਰੀ ਮਾਂ ਅੰਕਲ ਨਾਲ ਵਿਆਹ ਕਰਵਾਉਣ ਲਈ ਰਾਜੀ ਹੋ ਗਈ ਤੇ ਵਿਆਹ ਕਰਵਾਉਣ ਤੋਂ ਬਾਅਦ ਅਸੀਂ ਮੋਹਨ ਅੰਕਲ ਦੇ ਘਰ ਰਹਿਣ ਲੱਗ ਪਈਆਂ। ਜਦੋਂ ਮੈਂ ਤੇ ਮੇਰੀ ਮਾਂ
ਉਹਨਾਂ ਦੇ ਨਾਲ ਉਹਨਾਂ ਦੇ ਘਰ ਗਈਆਂ ਤਾਂ ਅੰਕਲ ਨੇ ਮੈਨੂੰ ਆਪਣੀ ਗੋਦੀ ਵਿੱਚ ਬਿਠਾਇਆ ਤੇ ਕਿਹਾ, ਤੂੰ ਅੱਜ ਤੋਂ ਬਾਅਦ ਮੇਰੀ ਬੇਟੀ ਆ। ਇਵੇਂ ਹੀ ਦਿਨ ਲੰਘਦੇ ਜਾ ਰਹੇ ਸੀ, ਪਰ ਅਜੇ ਵੀ ਉਹਨਾਂ ਨੂੰ ਅੰਕਲ ਕਹਿ ਕੇ ਮੈਂ ਬੁਲਾਉਂਦੀ ਸੀ। ਫਿਰ ਇੱਕ ਦਿਨ ਮੈਨੂੰ ਉਹਨਾਂ ਨੇ ਬਹੁਤ ਹੀ ਪਿਆਰ ਨਾਲ ਸਮਝਾਇਆ ਕਿ ਪੁੱਤ, ਮੈਨੂੰ ਪਾਪਾ ਕਹਿ ਕੇ ਬੁਲਾਇਆ ਕਰ, ਤੂੰ ਮੇਰੀ ਬੇਟੀ ਆ। ਪਰ ਜਦੋਂ ਵੀ ਮੈਂ ਮੋਹਨ ਅੰਕਲ ਨੂੰ ਦੇਖਦੀ ਤਾਂ ਮੈਨੂੰ ਮੇਰੇ ਪਾਪਾ ਦੀ ਸ਼ਕਲ ਯਾਦ ਆ ਜਾਂਦੀ। ਇਸ ਕਰਕੇ ਮੈਨੂੰ ਅੰਕਲ ਨੂੰ ਪਾਪਾ ਕਹਿਣਾ ਥੋੜ੍ਹਾ ਮੁਸ਼ਕਲ ਲੱਗਦਾ ਸੀ। ਫਿਰ ਹੌਲੀ ਹੌਲੀ ਜਦੋਂ ਅੰਕਲ ਮੈਨੂੰ ਪਿਆਰ ਕਰਨ ਲੱਗੇ ਤਾਂ ਮੈਂ ਆਪਣੇ ਪਾਪਾ ਨੂੰ ਭੁੱਲ ਕੇ ਉਹਨਾਂ ਨੂੰ ਪਾਪਾ ਕਹਿਣਾ ਸ਼ੁਰੂ ਕਰ ਦਿੱਤਾ। ਮੋਹਨ ਅੰਕਲ ਇੱਕ ਬਹੁਤ ਵੱਡੀ ਕੰਪਨੀ ਵਿੱਚ ਕੰਮ ਕਰਦੇ ਸੀ ਤੇ ਉਹਨਾਂ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ। ਉਹਨਾਂ ਨੇ ਵਿਆਹ ਤੋਂ ਬਾਅਦ ਮੇਰੀ ਮਾਂ ਨੂੰ ਲੋਕਾਂ ਦੇ ਘਰਾਂ ਵਿੱਚ ਕੰਮ ਕਰਵਾਉਣਾ ਬੰਦ ਕਰ ਦਿੱਤਾ। ਹੁਣ ਮੇਰੀ ਤੇ ਮੇਰੀ ਮਾਂ ਦੀ ਜ਼ਿੰਦਗੀ ਵਧੀਆ ਲੰਘ ਰਹੀ ਸੀ। ਸਾਨੂੰ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ। ਸਾਨੂੰ ਵਧੀਆ ਖਾਣਾ ਪੀਣਾ, ਰਹਿਣ ਸਹਿਣ ਸਭ ਕੁਝ ਵਧੀਆ ਸੀ। ਮੋਹਨ ਅੰਕਲ ਨੇ ਮੇਰੀ ਪਰਵਰਿਸ਼ ਵਿੱਚ ਕੋਈ ਕਮੀ ਨਹੀਂ ਸੀ ਰੱਖੀ। ਸਾਨੂੰ ਕਈ ਵਾਰ ਮੇਰੇ ਦੂਜੇ ਪਾਪਾ ਬਾਹਰ ਘੁਮਾਉਣ ਲੈ ਜਾਂਦੇ, ਜਾਣੀ ਕਿ ਮੋਹਨ ਅੰਕਲ। ਮੇਰੇ ਪਾਪਾ ਦੇ ਇੱਕ ਦੋਸਤ ਸੁਰਿੰਦਰ ਅੰਕਲ ਸਾਡੇ ਘਰ ਹਰ ਰੋਜ਼ ਆਉਂਦੇ। ਉਹ ਮੇਰੀ ਮਾਂ ਦੇ ਨਾਲ ਵੀ ਗੱਲਾਂ ਬਾਤਾਂ ਕਰਦੇ, ਪਰ ਉਹ ਕਈ ਵਾਰ ਮੇਰੇ ਪਾਪਾ ਦੀ ਗੈਰ ਮੌਜੂਦਗੀ ਵਿੱਚ ਵੀ ਸਾਡੇ ਘਰ ਆ ਜਾਂਦੇ। ਉਹ ਕਈ ਘੰਟੇ ਮੇਰੀ ਮਾਂ ਦੇ ਨਾਲ ਗੱਲਾਂ ਕਰਦੇ ਰਹਿੰਦੇ। ਇਵੇਂ ਹੀ ਕਈ ਸਾਲ ਲੰਘ ਗਏ। ਹੁਣ ਮੇਰੀ ਉਮਰ 14 ਸਾਲ ਦੀ ਹੋ ਗਈ ਸੀ। ਮੇਰੀ ਸਿਹਤ ਵੀ ਵਧੀਆ ਹੋ ਗਈ। ਮੈਂ 14 ਸਾਲ ਦੀ ਉਮਰ ਵਿੱਚ ਬਹੁਤ ਜਵਾਨ ਅਤੇ ਖੂਬਸੂਰਤ ਦਿਸਣ ਲੱਗ ਪਈ ਸੀ। ਹੁਣ ਪਤਾ ਨਹੀਂ ਕਿਉਂ ਮੇਰੀ ਮਾਂ ਮੈਨੂੰ ਗੱਲ-ਗੱਲ 'ਤੇ ਰੋਕਣ ਟੋਕਣ ਲੱਗੀ। ਉਹਨੇ ਮੈਨੂੰ ਕਹਿਣਾ ਕਿ ਜਦੋਂ ਵੀ ਤੂੰ ਆਪਣੇ ਮੋਹਨ ਅੰਕਲ ਕੋਲ ਜਾਂਦੀ ਆ ਤਾਂ ਚੁੰਨੀ ਲੈ ਕੇ ਜਾਇਆ ਕਰ। ਹੌਲੀ ਹੌਲੀ ਮੈਨੂੰ ਇਹ ਅਹਿਸਾਸ ਹੋਣ ਲੱਗਿਆ ਕਿ ਮੇਰੀ ਮਾਂ ਨੂੰ ਮੇਰੀ ਚਿੰਤਾ ਰਹਿੰਦੀ ਆ। ਉਹ ਮੈਨੂੰ ਦੋਹਾਂ ਕੋਲ ਹੀ ਜਾਣ ਤੋਂ ਹੁਣ ਰੋਕਦੀ ਸੀ। ਉਹ ਜਦੋਂ ਵੀ ਸਾਡੇ ਘਰ ਆਉਂਦੇ ਸੀ ਤਾਂ ਮੇਰੀ ਮਾਂ ਮੈਨੂੰ ਬਹਾਨੇ ਨਾਲ ਕਮਰੇ 'ਚ ਭੇਜ ਦਿੰਦੀ ਸੀ। ਬਾਹਰ ਕੋਈ ਦੋਸਤ ਬਣਾਉਣ ਦੀ ਤਾਂ ਮੈਨੂੰ ਇਜਾਜ਼ਤ ਹੀ ਨਹੀਂ ਸੀ। ਮਾਂ ਦੇ ਇਸ ਤਰ੍ਹਾਂ ਦੇ ਬਦਲਦੇ ਹੋਏ ਸੁਭਾਅ ਦਾ ਮੈਨੂੰ ਚੰਗਾ ਨਹੀਂ ਲੱਗਦਾ ਸੀ। ਮੈਨੂੰ ਇਕੱਲੇਪਣ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਮੈਨੂੰ ਆਪਣੀ ਮਾਂ 'ਤੇ ਬਹੁਤ ਗੁੱਸਾ ਆਉਂਦਾ। ਮੋਹਨ ਅੰਕਲ ਦੇ ਨਾਲ ਸਾਨੂੰ ਰਹਿੰਦੇ ਹੋਏ 10-12 ਸਾਲ ਹੋ ਗਏ ਸੀ, ਪਰ ਅਜੇ ਤੱਕ ਮੋਹਨ ਅੰਕਲ ਤੇ ਸੁਰਿੰਦਰ ਅੰਕਲ ਨੇ ਕਦੇ ਵੀ ਮੇਰੇ ਨਾਲ ਕੋਈ ਅਜੀਬ ਹਰਕਤ ਨਹੀਂ ਕੀਤੀ ਸੀ ਤੇ ਨਾ ਹੀ ਇਹ ਹੀ ਕਹਾਂਗੀ ਕਿ ਉਹ ਮੈਨੂੰ ਸਕੇ ਪਿਓ ਤੋਂ ਵੀ ਜ਼ਿਆਦਾ ਪਿਆਰ ਕਰਦੇ ਸਨ, ਕਿਉਂਕਿ ਇਹ ਨਹੀਂ ਸੀ ਸਮਝ ਰਹੀ ਕਿ ਮੇਰੀ ਮਾਂ ਅਜੇ ਵੀ ਉਹਨਾਂ ਤੋਂ ਡਰਦੀ ਸੀ। ਇੱਕ ਦਿਨ ਮੇਰੀ ਮਾਂ ਨੇ ਮੈਨੂੰ ਕਿਹਾ ਕਿ ਤੂੰ ਚੰਗੀ ਤਰ੍ਹਾਂ ਤਿਆਰ ਹੋ ਜਾ। ਜਦੋਂ ਮੈਂ ਆਪਣੀ ਮਾਂ ਤੋਂ ਪੁੱਛਿਆ ਕਿ ਕਿਉਂ ਮਾਂ, ਆਪਾਂ ਕਿਤੇ ਘੁੰਮਣ ਜਾ ਰਹੇ ਹਾਂ, ਤਾਂ ਉਸਨੇ ਕਿਹਾ, ਨਹੀਂ ਆਪਾਂ ਕਿਤੇ ਨਹੀਂ ਜਾ ਰਹੇ, ਤੂੰ ਬਸ ਉਹੀ ਕਰ ਜੋ ਮੈਂ ਤੈਨੂੰ ਕਿਹਾ, ਤੂੰ ਚੰਗੀ ਤਰ੍ਹਾਂ ਤਿਆਰ ਹੋ ਜਾ। ਤੇ ਤੂੰ ਇੰਨਾ ਕਹਿ ਕੇ ਮੈਨੂੰ ਦੁੱਧ ਦਾ ਗਲਾਸ ਫੜਾ ਦਿੱਤਾ ਤੇ ਨਾਲ ਹੀ ਕਿਹਾ ਕਿ ਇਸ ਨੂੰ ਪੂਰਾ ਖਤਮ ਕਰ ਦੀ। ਮੈਂ ਤੇ ਮੋਹਨ ਅੰਕਲ ਅਸੀਂ ਦੋਵੇਂ ਕਿਸੇ ਕੰਮ ਲਈ ਬਾਜ਼ਾਰ ਜਾਂਦੇ ਹਾਂ ਤੇ ਤੂੰ ਸਾਡੇ ਆਉਂਦਿਆਂ ਨੂੰ ਚੰਗੀ ਤਰ੍ਹਾਂ ਤਿਆਰ ਹੋ ਜਾਵੀਂ। ਇਹ ਦੁੱਧ ਵੀ ਪੀ ਲਵੀਂ। ਮਾਂ ਤੇ ਮੋਹਨ ਅੰਕਲ ਬਾਹਰ ਚਲੇ ਗਏ ਤੇ ਮੈਂ ਜਦੋਂ ਦੁੱਧ ਪੀਤਾ ਤਾਂ ਮੈਨੂੰ ਥੋੜ੍ਹੇ ਟਾਈਮ ਬਾਅਦ ਹੀ ਮੇਰਾ ਸਿਰ ਭਾਰਾ ਜਿਹਾ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਮੈਨੂੰ ਨੀਂਦ ਆਉਣੀ ਸ਼ੁਰੂ ਹੋ ਗਈ। ਮੈਨੂੰ ਨਹੀਂ ਪਤਾ ਲੱਗਿਆ ਕਿ ਉਸ ਤੋਂ ਬਾਅਦ ਕੀ ਹੋਇਆ ਮੇਰੇ ਨਾਲ। ਮੈਨੂੰ ਕੁਝ ਵੀ ਨਹੀਂ ਪਤਾ। ਜਦੋਂ ਮੈਨੂੰ ਹੋਸ਼ ਆਇਆ ਤਾਂ ਮੈਂ ਹਸਪੀਟਲ ਵਿੱਚ ਸੀ। ਜਦੋਂ ਮੇਰੀ ਹਸਪਤਾਲ ਵਿੱਚ ਅੱਖ ਖੁੱਲ੍ਹੀ ਤਾਂ ਮੇਰੀ ਮਾਂ ਮੇਰੇ ਕੋਲ ਖੜੀ ਰੋ ਰਹੀ ਸੀ। ਮੇਰੀ ਮਾਂ ਮੈਨੂੰ ਦੱਸਣ ਲੱਗੀ ਕਿ ਤੂੰ ਪੌੜੀਆਂ ਤੋਂ ਡਿੱਗ ਗਈ, ਤੈਨੂੰ ਬਹੁਤ ਸੱਟਾਂ ਲੱਗੀਆਂ। ਜਦੋਂ ਅਸੀਂ ਬਾਹਰ ਬਾਜ਼ਾਰ ਤੋਂ ਵਾਪਸ ਆਏ ਤਾਂ ਤੂੰ ਬੇਹੋਸ਼ ਡਿੱਗੀ ਪਈ ਸੀ। ਮੇਰੀ ਮਾਂ ਇਹ ਕਹਿੰਦੇ ਹੋਏ ਜ਼ੋਰ-ਜ਼ੋਰ ਨਾਲ ਰੋ ਰਹੀ ਸੀ। ਮੇਰੀ ਮਾਂ ਨਾਲੋਂ ਕਿਤੇ ਜ਼ਿਆਦਾ ਮੋਹਨ ਅੰਕਲ ਘਬਰਾਏ ਹੋਏ ਦਿਖਾਈ ਦੇ ਰਹੇ ਸੀ। ਉਹਨਾਂ ਦੀਆਂ ਅੱਖਾਂ ਵਿੱਚ ਵੀ ਪਾਣੀ ਸੀ। ਉਹ ਮੇਰੇ ਕੋਲ ਆਏ ਤੇ ਮੇਰੇ ਸਿਰ 'ਤੇ ਬੜੇ ਪਿਆਰ ਨਾਲ ਹੱਥ ਵਾਰ ਫੇਰਦੇ ਹੋਏ ਕਹਿਣ ਲੱਗੇ, ਮੇਰੀ ਗੁੜੀਆ ਨੂੰ ਕਿਸੇ ਦੀ ਨਜ਼ਰ ਲੱਗ ਗਈ, ਤੂੰ ਥੋੜ੍ਹੇ ਦਿਨਾਂ ਵਿੱਚ ਹੀ ਠੀਕ ਹੋ ਜਾਵੇਂਗੀ, ਜ਼ਿਆਦਾ ਪਰੇਸ਼ਾਨ ਹੋਣ ਦੀ ਲੋੜ ਨਹੀਂ। ਜਦੋਂ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ ਤਾਂ ਆਪਾਂ ਸਾਰੇ ਘਰ ਚਲੇ ਜਾਵਾਂਗੇ। ਤੇ ਫਿਰ ਉਹ ਕਹਿਣ ਲੱਗੇ ਕਿ ਬੇਟੇ ਤੈਨੂੰ ਕੁਝ ਯਾਦ ਆ, ਤੇਰੇ ਨਾਲ ਕੀ ਹੋਇਆ, ਤੂੰ ਕਿਵੇਂ ਡਿੱਗੀ? ਫਿਰ ਮੈਂ ਆਪਣੇ ਦਿਮਾਗ 'ਤੇ ਜ਼ੋਰ ਪਾਇਆ। ਮੈਨੂੰ ਕੁਝ ਵੀ ਨਹੀਂ ਯਾਦ ਆ ਰਿਹਾ ਸੀ। ਜਦੋਂ ਮੈਂ ਪਰੇਸ਼ਾਨ ਹੋਈ ਸੋਚ ਰਹੀ ਸੀ ਤਾਂ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਜਾ ਪੁੱਤ, ਤੂੰ ਆਰਾਮ ਕਰ, ਤੈਨੂੰ ਆਰਾਮ ਦੀ ਲੋੜ ਆ ਤੇ ਆਪਣੇ ਦਿਮਾਗ 'ਤੇ ਜ਼ਿਆਦਾ ਜ਼ੋਰ ਨਾ ਪਾ। ਇਹ ਸਭ ਕੁਝ ਹੌਲੀ ਹੌਲੀ ਬਾਅਦ ਵਿੱਚ ਯਾਦ ਆ ਜਾਵੇਗਾ। ਫਿਰ ਮੋਹਨ ਅੰਕਲ ਮੇਰੀ ਮਾਂ ਨੂੰ ਕਹਿਣ ਲੱਗੇ, ਤੂੰ ਪਰੇਸ਼ਾਨ ਨਾ ਹੋ, ਤੂੰ ਘਰ ਚਲੀ ਜਾ, ਆਰਾਮ ਕਰ। ਮੇਰੀ ਮਾਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਤੇ ਥੱਕੀ ਹੋਈ ਲੱਗ ਰਹੀ ਸੀ। ਉਸ ਦੀ ਸਿਹਤ ਵੀ ਠੀਕ ਨਹੀਂ ਸੀ। ਫਿਰ ਮੋਹਨ ਅੰਕਲ ਦੇ ਕਹਿਣ 'ਤੇ ਮਾਂ ਘਰ ਚਲੀ ਗਈ। ਮੈਂ ਲਗਭਗ 10 ਦਿਨ ਹਸਪਤਾਲ ਵਿੱਚ ਰਹੀ। ਉਹਨਾਂ 10 ਦਿਨਾਂ ਵਿੱਚ ਮੋਹਨ ਅੰਕਲ ਨੇ ਮੇਰੀ ਬਹੁਤ ਦੇਖਭਾਲ ਕੀਤੀ ਤੇ ਆਪਣੇ ਦਫ਼ਤਰ ਤੋਂ ਛੁੱਟੀ ਲੈ ਲਈ। ਕੁਝ ਦਿਨਾਂ ਬਾਅਦ ਮੈਨੂੰ ਹਸਪਤਾਲ ਵਿੱਚੋਂ ਛੁੱਟੀ ਮਿਲ ਗਈ। ਅਸੀਂ ਘਰ ਆ ਗਏ, ਪਰ ਬਿਮਾਰ ਹੋਣ ਦੀ ਵਜ੍ਹਾ ਨਾਲ ਮੈਨੂੰ ਬਹੁਤ ਕਮਜ਼ੋਰੀ ਮਹਿਸੂਸ ਹੋ ਰਹੀ ਸੀ। ਮੈਨੂੰ ਹਮੇਸ਼ਾ ਹੀ ਬੇਚੈਨੀ ਰਹਿੰਦੀ, ਪਰ ਮੈਂ ਇਹ ਗੱਲ ਆਪਣੀ ਮਾਂ ਨੂੰ ਨਾ ਦੱਸੀ, ਕਿਉਂਕਿ ਮੈਂ ਜਾਣਦੀ ਸੀ ਕਿ ਮੇਰੀ ਮਾਂ ਤਾਂ ਪਹਿਲਾਂ ਹੀ ਮੈਨੂੰ ਲੈ ਕੇ ਬਹੁਤ ਪਰੇਸ਼ਾਨ ਰਹਿੰਦੀ ਆ। ਜਦੋਂ ਮੈਂ ਘਰ ਆ ਗਈ ਤਾਂ ਮੇਰੀ ਮਾਂ ਤੇ ਮੋਹਨ ਅੰਕਲ ਨੇ
ਮੇਰਾ ਬਹੁਤ ਖਿਆਲ ਰੱਖਿਆ। ਮੇਰੀ ਮਾਂ ਨੇ ਇੱਕ ਦਿਨ ਮੈਨੂੰ ਦੁੱਧ ਦਾ ਗਲਾਸ ਫੜਾਉਂਦੇ ਹੋਏ ਕਿਹਾ, ਬੇਟਾ ਕੱਲ੍ਹ ਨੂੰ ਤੂੰ ਸਕੂਲ ਜਾਣਾ, ਬਹੁਤ ਦਿਨ ਹੋ ਗਏ ਤੈਨੂੰ ਸਕੂਲ ਵਿੱਚੋਂ ਛੁੱਟੀ ਲਈ ਨੂੰ, ਤੇਰੀ ਪੜ੍ਹਾਈ ਬਹੁਤ ਪਿੱਛੇ ਰਹਿ ਜਾਵੇਗੀ ਤੇ ਨਾਲੇ ਜਦੋਂ ਤੂੰ ਸਕੂਲ ਤੋਂ ਵਾਪਸ ਆਵੇਂਗੀ ਤਾਂ ਤੇਰਾ ਜਨਮ ਦਿਨ ਮਨਾਵਾਂਗੇ। ਤੈਨੂੰ ਯਾਦ ਆ ਜਿਸ ਦਿਨ ਤੈਨੂੰ ਸੱਟ ਲੱਗੀ ਸੀ, ਉਸ ਦਿਨ ਮੈਂ ਤੈਨੂੰ ਕਿਹਾ ਸੀ ਅਸੀਂ ਬਾਜ਼ਾਰ ਜਾ ਰਹੇ ਹਾਂ ਤੇ ਤੂੰ ਸਾਡੇ ਆਉਂਦਿਆਂ ਨੂੰ ਚੰਗੀ ਤਰ੍ਹਾਂ ਤਿਆਰ ਹੋ ਜਾਵੀਂ, ਉਸ ਦਿਨ ਤੇਰਾ ਜਨਮ ਦਿਨ ਸੀ। ਤੇ ਇਸ ਕਰਕੇ ਹੀ ਮੈਂ ਤੈਨੂੰ ਕਿਹਾ ਸੀ, ਕਿਉਂਕਿ ਮੋਹਨ ਚਾਹੁੰਦੇ ਸੀ ਕਿ ਮੈਂ ਤੇਰੇ ਲਈ ਵਧੀਆ ਜਿਹਾ ਗਿਫਟ ਸ਼ਹਿਰੋਂ ਲੈ ਕੇ ਆਵਾਂ ਤੇ ਤੈਨੂੰ ਸਰਪ੍ਰਾਈਜ਼ ਪਾਰਟੀ ਦੇਣਾ ਚਾਹੁੰਦੇ ਸੀ। ਅਸੀਂ ਗਿਫਟ ਲੈ ਕੇ ਜਦੋਂ ਘਰ ਵਾਪਸ ਆਏ ਤਾਂ ਤੇਰੀ ਹਾਲਤ ਬਹੁਤ ਖਰਾਬ ਸੀ। ਉਹ ਗਿਫਟ ਉਸੇ ਤਰ੍ਹਾਂ ਹੀ ਪਿਆ ਹੋਇਆ ਏ। ਜਦੋਂ ਤੂੰ ਸਕੂਲ ਤੋਂ ਵਾਪਸ ਆਵੇਂਗੀ ਤਾਂ ਆਪਾਂ ਤੇਰਾ ਵਧੀਆ ਜਿਹਾ ਜਨਮ ਦਿਨ ਮਨਾਵਾਂਗੇ। ਮੈਂ ਮਾਂ ਦੀ ਗੱਲ ਸੁਣ ਕੇ ਖੁਸ਼ ਹੋ ਗਈ ਤੇ ਫਟਾਫਟ ਦੁੱਧ ਪੀਣ ਤੋਂ ਬਾਅਦ ਆਪਣੇ ਕਮਰੇ 'ਚ ਚਲੀ ਗਈ, ਲਾਈਟ ਬੰਦ ਕਰਕੇ ਸੌਂ ਗਈ। ਜਦੋਂ ਮੈਂ ਆਪਣੇ ਬੈੱਡ 'ਤੇ ਲੰਮੀ ਪਈ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੇਰੀ ਬੈੱਡ ਤੇਜ਼ੀ ਨਾਲ ਘੁੰਮ ਰਿਹਾ। ਮੈਨੂੰ ਅਜੀਬ ਤਰ੍ਹਾਂ ਦੀ ਬੇਚੈਨੀ ਮਹਿਸੂਸ ਹੋਣ ਲੱਗੀ। ਉਸ ਤੋਂ ਬਾਅਦ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਮੇਰੇ ਕਮਰੇ ਵਿੱਚ ਕੋਈ ਆਇਆ ਸੀ। ਮੈਂ ਆਵਾਜ਼ ਵੀ ਦਿੱਤੀ ਪਰ ਅੱਗੋਂ ਕਿਸੇ ਨੇ ਆਵਾਜ਼ ਨਹੀਂ ਦਿੱਤੀ। ਪਰ ਜਦੋਂ ਮੈਂ ਮੀਚੀਆਂ ਅੱਖਾਂ ਨਾਲ ਦੇਖਿਆ ਤਾਂ ਉਹ ਮੋਹਨ ਅੰਕਲ ਸੀ, ਜਾਣੀ ਕਿ ਮੇਰੇ ਪਾਪਾ। ਮੈਂ ਚੁੱਪਚਾਪ ਮੀਚੀਆਂ ਅੱਖਾਂ ਵਿੱਚ ਲੰਮੀ ਪਈ ਰਹੀ। ਮੈਂ ਬੈੱਡ ਤੋਂ ਉੱਠਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਮੇਰੇ ਤੋਂ ਉੱਠਿਆ ਹੀ ਨਹੀਂ ਜਾ ਰਿਹਾ ਸੀ। ਮੈਂ ਉੱਚੀ ਆਪਣੀ ਮਾਂ ਨੂੰ ਬੁਲਾਉਣਾ ਸ਼ੁਰੂ ਕੀਤਾ ਪਰ ਮੇਰੀ ਆਵਾਜ਼ ਹੀ ਨਹੀਂ ਨਿਕਲ ਰਹੀ ਸੀ। ਇਸ ਤੋਂ ਪਹਿਲਾਂ ਕਿ ਮੈਂ ਕੁਝ ਕਰਦੀ, ਮੇਰੇ ਨਾਲ ਜੋ ਹੋਇਆ ਮੈਨੂੰ ਉਹ ਉਮੀਦ ਵੀ ਨਹੀਂ ਸੀ। ਮੋਹਨ ਅੰਕਲ ਨੇ ਮੇਰੀ ਇੱਜ਼ਤ ਨਾਲ ਖੇਡਿਆ, ਮੈਨੂੰ ਧਮਕਾਇਆ ਤੇ ਨਾਲ ਹੀ ਮੈਨੂੰ ਧਮਕੀ ਦਿੱਤੀ ਕਿ ਜੇਕਰ ਮੈਂ ਕਿਸੇ ਨੂੰ ਦੱਸਿਆ ਤਾਂ ਮੈਂ ਤੇਰੇ ਨਾਲ ਬੁਰਾ ਕਰਾਂਗਾ, ਤੇਰੀ ਮਾਂ ਨੂੰ ਵੀ ਮਾਰ ਦੇਵਾਂਗਾ। ਤੇ ਮੈਂ ਬੇਹੋਸ਼ੀ ਹੋਈ ਉਸ ਦੀਆਂ ਗੱਲਾਂ ਸੁਣ ਰਹੀ ਸੀ। ਮੈਨੂੰ ਬਹੁਤ ਡਰ ਲੱਗ ਰਿਹਾ ਸੀ। ਅਗਲੇ ਦਿਨ ਜਦੋਂ ਮੈਂ ਸਵੇਰੇ ਉੱਠੀ ਤਾਂ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ। ਮੇਰੀ ਮਾਂ ਮੇਰੀ ਤਬੀਅਤ ਨੂੰ ਦੇਖ ਕੇ ਕਹਿਣ ਲੱਗੀ ਕਿ ਅੱਜ ਤੂੰ ਸਕੂਲ ਨਾ ਜਾ, ਤੂੰ ਆਰਾਮ ਕਰ, ਤੇਰੀ ਤਬੀਅਤ ਠੀਕ ਨਹੀਂ। ਮੈਨੂੰ ਉਸੇ ਦਿਨ ਡਾਕਟਰ ਦੇ ਕੋਲ ਲੈ ਗਈ। ਮੈਂ ਇੰਨਾ ਜ਼ਿਆਦਾ ਡਰੀ ਹੋਈ ਸੀ ਕਿ ਮੈਂ ਆਪਣੀ ਮਾਂ ਨੂੰ ਕੁਝ ਵੀ ਨਹੀਂ ਸੀ ਦੱਸ ਸਕਦੀ। ਕੁਝ ਟਾਈਮ ਬਾਹਰ ਡਾਕਟਰ ਆਇਆ ਤੇ ਮੇਰਾ ਚੈੱਕਅਪ ਕੀਤਾ। ਡਾਕਟਰ ਨੇ ਮੇਰੀ ਮਾਂ ਨੂੰ ਪਾਸੇ ਲਿਜਾ ਕੇ ਜੋ ਗੱਲ ਕਹੀ, ਉਸ ਤੋਂ ਬਾਅਦ ਮੇਰੀ ਮਾਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਉਸ ਦੀਆਂ ਅੱਖਾਂ 'ਚੋਂ ਹੰਝੂ ਡਿੱਗਣ ਲੱਗ ਪਏ। ਉਹ ਬਹੁਤ ਰੋ ਰਹੀ ਸੀ। ਡਾਕਟਰ ਨੇ ਕਿਹਾ ਤੁਹਾਡੀ ਬੇਟੀ ਪ੍ਰੈਗਨੈਂਟ ਆ। ਮੈਂ ਡਾਕਟਰ ਦੀ ਗੱਲ ਸੁਣ ਲਈ ਸੀ। ਮੇਰੀ ਮਾਂ ਡਾਕਟਰ ਨੂੰ ਕਹਿ ਰਹੀ ਸੀ ਕਿ ਇਹ ਸਭ ਕੁਝ ਕਿਸ ਤਰ੍ਹਾਂ ਹੋ ਗਿਆ, ਇਹ ਤਾਂ ਬਹੁਤ ਛੋਟੀ ਆ। ਮੇਰੀ ਮਾਂ ਨੂੰ ਸ਼ੱਕ ਹੋ ਗਿਆ ਸੀ। ਇਹ ਸਭ ਕੁਝ ਘਰ ਵਿੱਚ ਹੀ ਹੋਇਆ ਸੀ। ਹੁਣ ਤਾਂ ਮੈਨੂੰ ਵੀ ਪਤਾ ਸੀ ਕਿ ਬੱਚਾ ਕਿਸ ਦਾ ਸੀ, ਕਿਉਂਕਿ ਉਸ ਤੋਂ ਪਹਿਲਾਂ ਜਦੋਂ ਵੀ ਮੈਂ ਬੇਹੋਸ਼ ਹੁੰਦੀ ਸੀ ਮੈਨੂੰ ਕੁਝ ਵੀ ਨਹੀਂ ਸੀ ਯਾਦ ਰਹਿੰਦਾ। ਪਹਿਲਾਂ ਕੁਝ ਵੀ ਨਹੀਂ ਸੀ ਪਤਾ ਕਿ ਉਹ ਮੇਰੇ ਨਾਲ ਇਹ ਸਭ ਕੁਝ ਕਦੋਂ ਕਰਦੇ ਆ। ਜਿਸ ਦਿਨ ਮੇਰਾ ਜਨਮ ਦਿਨ ਸੀ ਉਹਨਾਂ ਨੇ ਮੇਰੇ ਨਾਲ ਪਤਾ ਨਹੀਂ ਕੀ ਕੀਤਾ, ਜਿਸ ਦੀ ਮੈਨੂੰ ਕੋਈ ਉਮੀਦ ਹੀ ਨਹੀਂ ਸੀ। ਮੇਰੀ ਮਾਂ ਮੈਨੂੰ ਪੁੱਛਣ ਲੱਗੀ ਕਿ ਇਹ ਸਭ ਕੁਝ ਤੇਰੇ ਨਾਲ ਕਿਸ ਨੇ ਕੀਤਾ ਤਾਂ ਮੈਂ ਡਰਦੀ ਹੋਈ ਨੇ ਮੋਹਨ ਅੰਕਲ ਦਾ ਨਾਮ ਲੈ ਦਿੱਤਾ। ਜਦੋਂ ਮੇਰੀ ਮਾਂ ਨੇ ਮੋਹਨ ਅੰਕਲ ਦਾ ਨਾਮ ਸੁਣਿਆ ਤਾਂ ਉਸਨੇ ਮੇਰੇ ਮੂੰਹ 'ਤੇ ਜ਼ੋਰ ਨਾਲ ਥੱਪੜ ਮਾਰਿਆ। ਮੇਰੀ ਮਾਂ ਉਲਟਾ ਮੇਰੇ 'ਤੇ ਇਹੀ ਇਲਜ਼ਾਮ ਲਾ ਰਹੀ ਸੀ ਕਿ ਤੂੰ ਆਪਣਾ ਝੂਠ ਛੁਪਾਉਣ ਦੀ ਖਾਤਰ ਉਸ ਸ਼ਰੀਫ ਬੰਦੇ ਦਾ ਨਾਂ ਲੈ ਰਹੀ ਆ, ਜਿਸ ਨੇ ਆਪਾਂ ਨੂੰ ਰਹਿਣ ਦੇ ਲਈ ਛੱਤ ਦਿੱਤੀ, ਆਪਾਂ ਨੂੰ ਨਾਮ ਦਿੱਤਾ। ਕਿਉਂਕਿ ਮੇਰੀ ਮਾਂ ਤੇ ਮੋਹਨ ਅੰਕਲ ਦਾ ਭੂਤ ਸਵਾਰ ਸੀ। ਮੈਨੂੰ ਪਤਾ ਸੀ ਕਿ ਮੇਰੀ ਮਾਂ ਨੇ ਮੇਰੀ ਗੱਲ ਨਹੀਂ ਮੰਨਣੀ। ਉਹ ਮੇਰੇ ਨਾਲ ਬਹੁਤ ਗੁੱਸੇ ਹੋਈ। ਮੈਨੂੰ ਇੱਕ ਕਮਰੇ 'ਚ ਬੰਦ ਕਰ ਦਿੱਤਾ। ਜਦੋਂ ਸ਼ਾਮ ਨੂੰ ਮੋਹਨ ਅੰਕਲ ਦਫ਼ਤਰ ਤੋਂ ਆਏ ਤਾਂ ਉਹਨਾਂ ਨੂੰ ਮੇਰੀ ਮਾਂ ਨੇ ਮੇਰੀ ਪ੍ਰੈਗਨੈਂਸੀ ਦਾ ਦੱਸ ਦਿੱਤਾ। ਮੋਹਨ ਅੰਕਲ ਸਿੱਧਾ ਹੀ ਮੇਰੇ ਕਮਰੇ ਵਿੱਚ ਆਏ ਤੇ ਮੈਨੂੰ ਕੁੱਟਣ ਲੱਗੇ ਤੇ ਕਹਿਣ ਲੱਗੇ ਤੇਰੀ ਇੰਨੀ ਹਿੰਮਤ, ਮੈਂ ਤੈਨੂੰ ਆਪਣੀ ਬੇਟੀ ਦੀ ਤਰ੍ਹਾਂ ਪਾਲਿਆ, ਤੂੰ ਉਲਟਾ ਮੇਰੇ 'ਤੇ ਇਲਜ਼ਾਮ ਲਾ ਰਹੀ ਆ। ਉਹਨਾਂ ਨੇ ਮੈਨੂੰ ਬਹੁਤ ਕੁੱਟਿਆ। ਮੈਨੂੰ ਪਤਾ ਸੀ ਕਿ ਮੇਰੇ ਨਾਲ ਇਹੀ ਸਭ ਕੁਝ ਹੋਵੇਗਾ, ਕਿਉਂਕਿ ਉਹ ਆਪਣੀ ਚੋਰੀ ਨੂੰ ਲੁਕਾਉਣਾ ਚਾਹੁੰਦੇ ਸੀ। ਉਹ ਨਹੀਂ ਸੀ ਚਾਹੁੰਦੇ ਕਿ ਇਹ ਸਭ ਕੁਝ ਦਾ ਪਤਾ ਮੇਰੀ ਮਾਂ ਨੂੰ ਲੱਗੇ। ਉਹਨਾਂ ਨੇ ਮੇਰੀ ਮਾਂ ਨੂੰ ਕਿਹਾ ਕਿ ਤੂੰ ਇਸ ਦਾ ਵਾਸ਼ਨ ਕਰਵਾ ਦੇ, ਮੈਂ ਇਸ ਨੂੰ ਆਪਣੇ ਘਰ ਵਿੱਚ ਨਹੀਂ ਰੱਖਾਂਗਾ। ਮੇਰੀ ਮਾਂ ਮੇਰੇ ਨਾਲ ਬਹੁਤ ਗੁੱਸੇ ਹੋਈ ਤੇ ਕਹਿਣ ਲੱਗੀ ਤੇਰੀ ਵਜ੍ਹਾ ਨਾਲ ਮੇਰਾ ਇਹ ਵਿਆਹ ਟੁੱਟ ਜਾਵੇਗਾ, ਕਿਉਂਕਿ ਮੇਰੀ ਮਾਂ ਵੀ ਹੁਣ ਮੋਹਨ ਅੰਕਲ ਦੀ ਐਸ਼ੋ ਆਰਾਮ ਦੀ ਜ਼ਿੰਦਗੀ ਵਿੱਚ ਪਾਗਲ ਹੋ ਚੁੱਕੀ ਸੀ। ਉਸ ਨੂੰ ਸੱਚ ਝੂਠ ਦਾ ਕੋਈ ਪਤਾ ਨਹੀਂ ਲੱਗ ਰਿਹਾ ਸੀ, ਕਿਉਂਕਿ ਮੋਹਨ ਅੰਕਲ ਨੇ ਉਸ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਸੀ। ਉਸ ਨੂੰ ਆਪਣੀ ਧੀ ਵਿੱਚ ਹੀ ਬੁਰਾਈ ਨਜ਼ਰ ਆ ਰਹੀ ਸੀ। ਮੈਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਮੈਂ ਸਾਰਾ ਦਿਨ ਉੱਥੇ ਹੀ ਲੰਘਾਉਂਦੀ। ਉਸ ਕਮਰੇ ਦੀ ਚਾਬੀ ਸਿਰਫ ਮੇਰੀ ਮਾਂ ਤੇ ਮੋਹਨ ਅੰਕਲ ਕੋਲ ਸੀ। ਜਦੋਂ ਰਾਤ ਹੋ ਜਾਂਦੀ ਤਾਂ ਮੋਹਨ ਅੰਕਲ ਰਾਤ ਨੂੰ ਆਉਂਦੇ ਤੇ ਆਪਣੀ ਹਵਸ ਮਿਟਾ ਕੇ ਚਲੇ ਜਾਂਦੇ। ਮੈਂ ਇੱਕ ਜਿੰਦਾ ਲਾਸ਼ ਦੀ ਤਰ੍ਹਾਂ ਬਣ ਕੇ ਰਹਿ ਗਈ ਸੀ। ਮੈਂ ਕੁਝ ਬੋਲ ਵੀ ਨਹੀਂ ਸਕਦੀ ਸੀ, ਕਿਉਂਕਿ ਮੇਰੀ ਮਾਂ ਨੇ ਮੈਨੂੰ ਹੀ ਗਲਤ ਕਹਿਣਾ ਸੀ। ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਤੂੰ ਇਹ ਸਭ ਕੁਝ ਝੂਠ ਕਹਿ ਰਹੀ ਆ, ਕਿਉਂਕਿ ਜਿਸ ਦਿਨ ਤੇਰਾ ਜਨਮ ਦਿਨ ਸੀ ਉਸ ਦਿਨ ਮੋਹਨ ਪਹਿਲਾਂ ਮੇਰੇ ਨਾਲ ਸੀ। ਉਸ ਤੋਂ ਬਾਅਦ ਉਹ ਦਫ਼ਤਰ ਕਿਸੇ ਕੰਮ ਲਈ ਚਲੇ ਗਏ, ਪਰ ਉਹ ਮੇਰੀ ਮਾਂ ਨੂੰ ਝੂਠ ਕਹਿ ਕੇ ਘਰ ਵਾਪਸ ਆ ਗਏ ਸੀ।
ਉਹਨਾਂ ਨੇ ਮੈਨੂੰ ਜੋ ਮੇਰੀ ਮਾਂ ਦੁੱਧ ਪਿਲਾਉਂਦੀ ਸੀ ਉਸ ਵਿੱਚ ਨਸ਼ੇ ਦੀਆਂ ਗੋਲੀਆਂ ਪਾ ਦਿੰਦੇ ਸਨ। ਇਸ ਬਾਰੇ ਮੈਨੂੰ ਮੇਰੀ ਮਾਂ ਨੂੰ ਕੁਝ ਨਹੀਂ ਪਤਾ ਸੀ। ਮੋਹਨ ਅੰਕਲ ਮੇਰੇ ਨਾਲ ਖੇਡਾਂ ਖੇਡ ਰਹੇ ਸੀ ਤੇ ਆਪਣੀ ਹਵਸ਼ ਪੂਰੀ ਕਰ ਰਹੇ ਸੀ, ਕਿਉਂਕਿ ਉਹਨਾਂ ਨੂੰ ਸਾਡੇ ਨਾਲ ਕੋਈ ਹਮਦਰਦੀ ਨਹੀਂ ਸੀ। ਉਹਨਾਂ ਨੂੰ ਤਾਂ ਇੱਕ ਜਵਾਨ ਕੁੜੀ ਚਾਹੀਦੀ ਸੀ। ਇੱਕ ਦਿਨ ਮੈਂ ਰਾਤ ਨੂੰ ਚੋਰੀ ਘਰ ਵਿੱਚੋਂ ਭੱਜ ਗਈ, ਪਰ ਮੈਨੂੰ ਨਹੀਂ ਪਤਾ ਸੀ ਕਿ ਜੇ ਮੈਂ ਇਸ ਘਰ ਤੋਂ ਬਾਹਰ ਜਾਵਾਂਗੀ ਤਾਂ ਉਸ ਤੋਂ ਬਾਅਦ ਮੇਰੇ ਨਾਲ ਕੀ ਹੋਵੇਗਾ। 2-3 ਰਾਤਾਂ ਤਾਂ ਮੈਂ ਸੜਕ ਦੇ ਕਿਨਾਰੇ ਕੱਟੀਆਂ ਤੇ ਕੰਮ ਲੱਭਣ ਲੱਗੀ। ਮੈਂ ਇੱਕ ਹੋਟਲ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੇਰੇ ਕੋਲ ਖਾਣ ਲਈ ਕੁਝ ਵੀ ਨਹੀਂ ਸੀ। ਮੇਰੇ ਉੱਥੇ ਕਈ ਦੋਸਤ ਬਣ ਗਏ। ਇੱਕ ਦਿਨ ਮੈਨੂੰ ਇੱਕ ਦੋਸਤ ਨੇ ਦੱਸਿਆ ਕਿ ਜੇਕਰ ਤੂੰ ਜ਼ਿਆਦਾ ਪੈਸੇ ਕਮਾਉਣਾ ਚਾਹੁੰਦੀ ਆ ਤਾਂ ਤੂੰ ਮੇਰੇ ਨਾਲ ਇੱਕ ਜਗ੍ਹਾ 'ਤੇ ਚੱਲ। ਮੇਰੇ ਅੰਦਰ ਵੀ ਲਾਲਚ ਸੀ ਤੇ ਮੈਂ ਵੀ ਚਾਹੁੰਦੀ ਸੀ ਕਿ ਮੇਰੇ ਕੋਲ ਬਹੁਤ ਸਾਰੇ ਪੈਸੇ ਆ ਜਾਣ। ਉਹ ਮੈਨੂੰ ਇੱਕ ਹੋਟਲ ਦੇ ਮਾਲਕ ਕੋਲ ਲੈ ਗਈ। ਉਸ ਨੂੰ ਕਿਹਾ ਕਿ ਇਸ ਕੁੜੀ ਨੂੰ ਨੌਕਰੀ ਚਾਹੀਦੀ ਆ। ਮੈਨੂੰ ਨਹੀਂ ਪਤਾ ਸੀ ਕਿ ਨੌਕਰੀ ਕਿਹੜੀ ਹੋਵੇਗੀ, ਕਿਉਂਕਿ ਮੈਂ ਉਸ ਨੂੰ ਕਿਹਾ ਸੀ ਹੋਟਲ ਵਿੱਚ ਤਾਂ ਮੈਂ ਪਹਿਲਾਂ ਹੀ ਕੰਮ ਕਰਦੀ ਆ, ਇਹ ਹੋਟਲ ਵਾਲੇ ਇੰਨੇ ਤਨਖਾਹ ਕਿਵੇਂ ਦੇਣਗੇ। ਤਾਂ ਉਹ ਮੈਨੂੰ ਕਹਿਣ ਲੱਗੀ ਤੂੰ ਫਿਕਰ ਨਾ ਕਰ, ਇੱਥੇ ਤੈਨੂੰ ਡਬਲ ਪੈਸੇ ਮਿਲਣਗੇ। ਨੌਕਰ ਹੋਟਲ ਦਾ ਮਾਲਕ ਮੈਨੂੰ ਦੇਖ ਕੇ ਬਹੁਤ ਖੁਸ਼ ਹੋਇਆ, ਕਿਉਂਕਿ ਮੈਂ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਤੇ ਉੱਪਰੋਂ ਜਵਾਨ ਸੀ। ਮੈਨੂੰ ਹੋਟਲ ਦੇ ਮਾਲਕ ਨੇ ਕਿਹਾ ਕਿ ਤੇਰੀ ਡਿਊਟੀ ਰਾਤ ਦੀ ਹੋਵੇਗੀ, ਤੂੰ ਰਾਤ ਨੂੰ 9 ਵਜੇ ਹੋਟਲ ਪਹੁੰਚ ਜਾਈਂ। ਮੈਂ ਉਸ ਮਾਲਕ ਦੇ ਕਹਿਣ 'ਤੇ ਰਾਤ ਨੂੰ 9 ਵਜੇ ਹੋਟਲ ਵਿੱਚ ਪਹੁੰਚ ਗਈ। ਜਦੋਂ ਮੈਂ ਉੱਥੇ ਪਹੁੰਚੀ ਤਾਂ ਉਹਨਾਂ ਨੇ ਮੈਨੂੰ ਕੁਝ ਕੱਪੜੇ ਫੜਾਏ ਤੇ ਕਹਿਣ ਲੱਗੇ ਤੂੰ ਇਹ ਕੱਪੜੇ ਪਾ ਕੇ ਇਹ ਹੋਟਲ ਦੀ ਇੱਕ ਡਰੈਸ ਆ। ਜਦੋਂ ਮੈਂ ਉਹ ਕੱਪੜੇ ਪਾਉਣ ਲਈ ਵਾਸ਼ਰੂਮ 'ਚ ਗਈ ਤਾਂ ਉਹ ਕੱਪੜੇ ਬਹੁਤ ਹੀ ਜ਼ਿਆਦਾ ਘਟੀਆ ਕਿਸਮ ਦੇ ਸਨ। ਉਹਨਾਂ ਕੱਪੜਿਆਂ ਦੇ ਵਿੱਚ ਜਿਸਮ ਦੀ ਨੁਮਾਇਸ਼ ਹੁੰਦੀ ਸੀ। ਮੈਨੂੰ ਮਜਬੂਰੀ ਵਿੱਚ ਹੀ ਉਹ ਕੱਪੜੇ ਪਾਉਣੇ ਪਏ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਮਰੇ ਵਿੱਚ ਭੇਜ ਦਿੱਤਾ, ਕਿਉਂਕਿ ਉਹਨਾਂ ਦਾ ਮੇਰੀ ਪਹਿਲਾਂ ਹੀ ਡੀਲ ਹੋਈ ਸੀ। ਜੇਕਰ ਮੈਂ ਉਹਨਾਂ ਦੇ ਕਹੇ ਮੁਤਾਬਕ ਨਾ ਚੱਲੀ ਤਾਂ ਮੈਨੂੰ ਉਹਨਾਂ ਨੇ ਡਬਲ ਪੈਸੇ ਨਹੀਂ ਦੇਣੇ ਸੀ। ਮੈਂ ਮਜਬੂਰੀ ਵਿੱਚ ਸਭ ਕੁਝ ਕਰ ਰਹੀ ਸੀ। ਹੁਣ ਮੈਨੂੰ ਉਹਨਾਂ ਦੇ ਕਹੇ ਮੁਤਾਬਕ ਹੀ ਚੱਲਣਾ ਪੈਣਾ ਸੀ। ਜਦੋਂ ਮੈਂ ਉਸ ਕਮਰੇ ਵਿੱਚ ਗਈ ਤਾਂ ਉਸ ਕਮਰੇ ਵਿੱਚ 2 ਜਵਾਨ ਮਰਦ ਸੀ। ਮੈਂ ਸਮਝ ਗਈ ਕਿ ਜਿਸ ਤਰ੍ਹਾਂ ਮੋਹਨ ਅੰਕਲ ਆਪਣੀ ਹਵਸ ਪੂਰੀ ਕਰਦੇ ਹਨ, ਇਹ ਵੀ ਮੇਰੇ ਨਾਲ ਉਸੇ ਤਰ੍ਹਾਂ ਹੀ ਕਰਨਗੇ। ਮੈਂ ਮਜਬੂਰ ਸੀ, ਕੁਝ ਵੀ ਨਹੀਂ ਸੀ ਕਰ ਸਕਦੀ। ਉਸ ਹੋਟਲ ਵਿੱਚ ਮੈਨੂੰ ਕੁਝ ਘੰਟਿਆਂ ਦੇ ਬਹੁਤ ਸਾਰੇ ਪੈਸੇ ਮਿਲ ਜਾਂਦੇ ਸੀ। ਮੈਂ ਇੱਕ ਜਿਉਂਦੀ ਲਾਸ਼ ਬਣ ਗਈ ਸੀ, ਕਿਉਂਕਿ ਮੈਨੂੰ ਪਹਿਲਾਂ ਆਪਣਿਆਂ ਨੇ ਹੀ ਬਹੁਤ ਜ਼ਖਮ ਦਿੱਤੇ ਸਨ, ਪਰ ਇਹ ਜ਼ਖਮ ਉਹਨਾਂ ਨਾਲੋਂ ਘੱਟ ਡੂੰਘੇ ਸਨ ਜੋ ਆਪਣਿਆਂ ਨੇ ਦਿੱਤੇ ਸਨ। ਖੈਰ, ਇਸੇ ਤਰ੍ਹਾਂ ਹਰ ਰੋਜ਼ ਰਾਤ ਨੂੰ ਉੱਥੇ ਕਈ ਮਰਦ ਆਉਂਦੇ ਤੇ ਕਈ ਜਾਂਦੇ, ਪਰ ਜਿਵੇਂ ਤੁਸੀਂ ਅੱਜ ਮੇਰੇ ਤੋਂ ਇਹ ਸਭ ਕੁਝ ਪੁੱਛਿਆ, ਇਸ ਤੋਂ ਪਹਿਲਾਂ ਕੋਈ ਵੀ ਮਰਦ ਇਸ ਤਰ੍ਹਾਂ ਨਹੀਂ ਮਿਲਿਆ। ਉਹ ਆਪਣੀ ਕਹਾਣੀ ਦੱਸ ਰਹੀ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸਨ। ਮੈਂ ਉਸ ਦੀ ਕਹਾਣੀ ਸੁਣ ਕੇ ਸੁੰਨ ਹੋ ਗਿਆ। ਜਿਵੇਂ ਜਿਵੇਂ ਉਹ ਬੋਲ ਰਹੀ ਸੀ, ਮੈਂ ਇੱਕ ਛੋਟਾ ਜਿਹਾ ਵੌਇਸ ਰਿਕਾਰਡਰ ਲੈ ਗਿਆ ਸੀ। ਮੈਂ ਉਸ ਦੀਆਂ ਉਹ ਸਾਰੀਆਂ ਗੱਲਾਂ ਰਿਕਾਰਡ ਕਰ ਲਈਆਂ। ਫਿਰ ਮੇਰੇ ਵਿੱਚ ਹੁਣ ਹਿੰਮਤ ਨਹੀਂ ਸੀ ਕਿ ਮੈਂ ਉਸ ਦੇ ਨਾਲ ਧੋਖਾ ਕਰਾਂ। ਮੈਂ ਹਿੰਮਤ ਕਰਕੇ ਉਸ ਨੂੰ ਹੌਸਲਾ ਦਿੱਤਾ ਤੇ ਆਪਣੇ ਬਾਰੇ ਸਭ ਕੁਝ ਦੱਸ ਦਿੱਤਾ। ਪਹਿਲਾਂ ਤਾਂ ਉਹ ਬਹੁਤ ਜ਼ਿਆਦਾ ਘਬਰਾ ਗਈ। ਫਿਰ ਮੈਂ ਉਸ ਨੂੰ ਕਿਹਾ ਕਿ ਜੇ ਤੈਨੂੰ ਠੀਕ ਲੱਗੇ ਤਾਂ ਮੈਂ ਇਹ ਤੇਰੀ ਕਹਾਣੀ ਵਾਇਰਲ ਕਰ ਦੇਵਾਂ। ਜੇਕਰ ਤੂੰ ਨਹੀਂ ਚਾਹੁੰਦੀ ਤਾਂ ਮੈਂ ਇਸ ਨੂੰ ਇੱਥੇ ਹੀ ਡਿਲੀਟ ਕਰ ਦੇਵਾਂਗਾ। ਪਹਿਲਾਂ ਤਾਂ ਉਹ ਚੁੱਪ ਹੋ ਗਈ। ਫਿਰ ਉਹ ਮੈਨੂੰ ਕਹਿਣ ਲੱਗੀ ਕਿ ਤੈਨੂੰ ਕੀ ਮਿਲੇਗਾ ਜੇਕਰ ਤੂੰ ਮੇਰੀ ਇਹ ਕਹਾਣੀ ਆਪਣੇ ਚੈਨਲ ਦੇ ਉੱਪਰ ਪਾਵੇਂਗਾ। ਤਾਂ ਮੈਂ ਹੌਸਲਾ ਜਿਹਾ ਕਰਕੇ ਕਿਹਾ ਕਿ ਮੈਨੂੰ ਇਸ ਕਹਾਣੀ ਤੋਂ ਨਹੀਂ, ਮੇਰੇ ਸਾਰੇ ਚੈਨਲ ਤੋਂ ਜੋ ਕੁਝ ਵੀ ਮਿਲੇਗਾ ਉਸ ਦਾ ਅੱਧਾ ਮੈਂ ਤੈਨੂੰ ਦੇ ਦਿਆ ਕਰਾਂਗਾ ਤੇ ਤੂੰ ਇਹ ਕੰਮ ਛੱਡ ਦੇ, ਮੇਰੇ ਨਾਲ ਚੱਲ। ਪਹਿਲਾਂ ਤਾਂ ਉਹ ਹੈਰਾਨ ਹੋਈ, ਫਿਰ ਉਹ ਮੇਰੇ ਨਾਲ ਆਉਣ ਲਈ ਰਾਜ਼ੀ ਹੋ ਗਈ। ਹੁਣ ਉਹ ਮੇਰੇ ਨਾਲ ਰਹਿ ਰਹੀ ਆ ਤੇ ਮੇਰੀ ਚੈਨਲ ਦੀ ਟੀਮ ਨਾਲ ਕੰਮ ਕਰਦੀ ਆ। ਇਸ ਤਰ੍ਹਾਂ ਮੈਂ ਇੱਕ ਕੁੜੀ ਨੂੰ ਇਸ ਨਰਕ ਭਰੀ ਜ਼ਿੰਦਗੀ ਵਿੱਚੋਂ ਕੱਢ ਲਿਆ। ਤੁਹਾਨੂੰ ਵੀ ਜੇ ਇਹੋ ਜਿਹਾ ਕੁਝ ਵੀ ਮਿਲਦਾ ਤਾਂ ਤੁਸੀਂ ਵੀ ਉਸ ਨੂੰ ਜੱਜ ਕਰਨ ਦੀ ਬਜਾਏ ਉਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਹਰ ਇਨਸਾਨ ਦੀ ਕੋਈ ਨਾ ਕੋਈ ਮਜਬੂਰੀ ਜ਼ਰੂਰ ਹੁੰਦੀ ਆ ਜੋ ਉਹਨਾਂ ਨੂੰ ਨਰਕ ਵਿੱਚ ਧਕੇਲ ਦਿੰਦੀ ਆ। ਸੋ ਦੋਸਤੋ, ਤੁਹਾਨੂੰ ਇਹ ਕਹਾਣੀ ਸੁਣ ਕੇ ਕਿਵੇਂ ਦੀ ਲੱਗੀ? ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਦਿਓ। ਮਿਲਦੀ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।